ਭਾਈ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੱਲੜਬਾਜ਼ੀ ਕੀਤੀ ਜਾਂਦੀ ਹੈ, ਕੀ ਲੱਗਦਾ ਸੋਭਾ ਦਿੰਦਾ ਇੱਕ ਆਮ ਸਿੱਖ ਨੂੰ? ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚੱਲਦੇ ਕੀਰਤਨ ਦੇ ਵਿੱਚ ਜਿਹੜਾ ਹੈ ਕੀਰਤਨ ਚੱਲਦੇ ਨੂੰ ਰੋਕ ਕਰਕੇ ਔਰ ਉੱਥੇ ਕਟਰ ਚਲਾ ਕਰਕੇ ਔਰ ਗੁਰਦੁਆਰਾ ਦਾ ਪ੍ਰਬੰਧ ਕਹਿੰਦੇ ਜੇ ਅਸੀਂ ਸੇਵਾ ਸੰਭਾਲੀ ਹੈ, ਇਹ ਸੇਵਾ ਇਸ ਤਰ੍ਹਾਂ ਦੀ ਨਹੀਂ ਸੰਭਾਲੀ ਜਾਂਦੀ ਹੁੰਦੀ। ਦੇਖੋ ਇਹ ਜਿਹੜੀ ਹੁੱਲੜਬਾਜ਼ੀ ਹੋਈ ਹੈ, ਇਹ ਬਿਲਕੁਲ ਅਸੀਂ ਇਸ ਚੀਜ਼ ਦੀ ਨਿੰਦਾ ਕਰਨੇ ਆ ਕਿ ਇਹ ਮਰਿਆਦਾ ਦਾ ਘਾਣ ਹੈ। ਇੱਕ ਪਾਸੇ 50 ਬੰਦੇ ਨੇ, ਇੱਕ ਪਾਸੇ 7 ਬੰਦੇ ਨੇ, ਤੇ ਹੁੱਲੜਬਾਜ਼ੀ ਕੌਣ ਕਰੇਗਾ ਉੱਥੇ ਜਾ ਕੇ? ਮੈਂ ਤੇ ਇਸ ਚੀਜ਼ ਨੂੰ ਸ਼ਰੇਆਮ ਡਾਂਗਾ ਮਾਰੀਆਂ ਜਾ ਰਹੀਆਂ ਨੇ, ਗੰਡਾਸੀਆਂ ਮਾਰੀਆਂ ਨੇ, ਉਹਨਾਂ ਕੋਲ ਕੁਹਾੜੀਆਂ ਨੇ, ਉਹ ਮਾਰੀਆਂ ਜਾ ਰਹੀਆਂ ਨੇ, ਕਿਰਪਾਨ ਮਾਰੀ, ਧੱਕੇ ਮਾਰ ਕੇ ਜਿਹੜਾ ਮਤਲਬ ਬਾਹਰ ਕੱਢਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚੋਂ। ਕਿ ਗੁਰਦੁਆਰੇ ਦੇ ਅੰਦਰ ਅਗਰ ਕੋਈ 5 ਮਿੰਟ ਰੁਕਣਾ ਚਾਹੇ ਤਾਂ ਉਹਨੂੰ ਕਹਿੰਦੇ ਕਿ ਇਹਨੂੰ ਬਾਹਰ ਕੱਢੋ ਜਿਹੜਾ 1920 ਤੋਂ ਪਹਿਲਾਂ ਜਿਹੜਾ ਗੁਰਦੁਆਰਿਆਂ ਉੱਤੇ ਨਰੈਣੂ ਮੰਤ ਨੇ ਜੋ ਕੁਝ ਕੀਤਾ ਸੀ, ਅੱਜ ਇਹੀ ਚੀਜ਼ ਇਹ ਮੰਤ ਲੋਕ ਆ ਕੇ ਕਰ ਰਹੇ ਕਿ ਕੋਰਟ ਦਾ ਜੋ ਆਦੇਸ਼ ਆਇਆ, ਕੋਰਟ ਦਾ ਆਦੇਸ਼ ਕੀ ਸੀ ਕਿ ਇਲੈਕਟਿਡ ਬੋਡੀ ਨੂੰ ਜਿਹੜਾ ਨਾ ਚਾਰਜ ਦਿੱਤਾ ਜਾਵੇ, ਤੇ ਅਸੀਂ ਇਸੇ ਹੀ ਵੇਟ ਸੀ ਕਿ ਸਰਕਾਰ ਜਿਹੜੀ ਹੈ ਪਹਿਲਾਂ ਹਲਕੇ ਤੈਅ ਕਰੇਗੀ, ਵੋਟਾਂ ਬਣਵਾਏਗੀ ਔਰ ਉਸ ਤੋਂ ਬਾਅਦ ਇੱਕ ਡੇਟ ਦੇਗੀ, ਉਹਦੇ 'ਚ ਇਲੈਕਸ਼ਨ ਹੋਏਗਾ, ਸੰਗਤ ਜਿਹਨੂੰ ਚਾਹੇਗੀ ਪ੍ਰਬੰਧ ਦੇ ਦੇਗੀ। ਪਰ ਇਹਦੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਵੀ ਜਿਹੜਾ ਨਾ ਛਿੱਕੇ ਟੰਗੇ ਕੇ ਮਤਲਬ ਚੱਲੇ ਨਾਲ, ਉਹ ਕਹਿ ਰਹੀ ਹੈ ਕਿ ਇਲੈਕਟਿਡ ਬੋਡੀ ਪ੍ਰਬੰਧ ਲਵੇ, ਇਹ ਸਿਲੈਕਟਿਡ ਬੋਡੀ ਨੂੰ ਪ੍ਰਬੰਧ ਦੇ ਰਹੇ ਨੇ। ਨੰਬਰ 2 ਜਿਹੜਾ ਪ੍ਰਧਾਨ ਬਣਾਇਆ ਗਿਆ ਕੱਟੜ ਆਰਐਸਐਸ ਦਾ ਚੇਲਾ ਹੈਗਾ ਜੀ, ਸਭ ਦਾ ਤਾਂ ਕੋਈ ਸਟੈਂਡ ਹੀ ਨਹੀਂ, ਉਹ ਸਟੈਂਡ ਹੀ ਨਹੀਂ ਹੈਗਾ। ਉਹਦਾ ਇਹ ਕੀ ਪਤਾ ਅੱਜ ਕਿੱਥੇ ਕੱਲ ਕਿੱਥੇ। ਪੀਐਨ ਮੀਡੀਆ ਦੇ ਨਾਲ ਜੁੜਿਓ। ਜੇ ਗੱਲ ਕੀਤੀ ਜਾਵੇ ਤਾਂ ਲੰਬੇ ਸਮੇਂ ਤੋਂ ਗੁਰਦੁਆਰਿਆਂ ਦੇ ਅਤੇ ਗੁਰਧਾਮਾਂ ਦੇ ਨਿਜ਼ਾਮ ਨੂੰ ਲੈ ਕੇ ਲਗਾਤਾਰ ਚਰਚਾਵਾਂ ਰਹੀਆਂ ਨੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਬੇ ਸਮੇਂ ਤੋਂ ਤਕਰਾਰ ਵੀ ਚੱਲਦਾ ਹੁੰਦਾ ਹੈ। ਕੋਰਟ ਦਾ ਹੁਕਮ ਆਉਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਜਾਂਦੀ ਹੈ, ਜਿਹਦੇ ਵਿੱਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਵੀਡੀਓ ਵੀ ਦੇਖੀਆਂ ਹੋਣਗੀਆਂ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਨੁਮਾਇੰਦੇ ਨੇ, ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਕਰਾਰ ਵੀ ਹੁੰਦਾ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਜਿਹੜੇ ਕਿ ਹਰਿਆਣਾ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰ ਲੈਣ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੱਲੜਬਾਜ਼ੀ ਕੀਤੀ ਜਾਂਦੀ ਹੈ, ਕੀ ਲੱਗਦਾ ਸੋਭਾ ਦਿੰਦਾ ਇੱਕ ਆਮ ਸਿੱਖ ਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਵੀ ਇਸ ਚੀਜ਼ ਦੀ ਨੌਬਤ ਕਿਉਂ ਆਈ, ਠੀਕ ਹੈ ਨਾ। ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚੱਲਦੇ ਕੀਰਤਨ ਦੇ ਵਿੱਚ ਜਿਹੜਾ ਹੈ ਕੀਰਤਨ ਚੱਲਦੇ ਨੂੰ ਰੋਕ ਕਰਕੇ ਔਰ ਉੱਥੇ ਕਟਰ ਚਲਾ ਕਰਕੇ ਔਰ ਗੁਰਦੁਆਰਾ ਦਾ ਪ੍ਰਬੰਧ ਕਹਿੰਦੇ ਜੇ ਅਸੀਂ ਸੇਵਾ ਸੰਭਾਲੀ ਹੈ, ਇਹ ਸੇਵਾ ਇਸ ਤਰ੍ਹਾਂ ਦੀ ਨਹੀਂ ਸੰਭਾਲੀ ਜਾਂਦੀ ਹੁੰਦੀ। ਦੇਖੋ ਹਰ ਚੀਜ਼ ਹੈ, ਅਗਰ ਕੋਈ ਵੀ ਸਾਡੀ ਐਸਐਸ ਸੈਲਿਬ੍ਰਿਟੀਜ਼ ਹੈਗੀਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਕੱਲ੍ਹ ਨੂੰ ਸ਼ੋਅ ਕਰਾਂਗੇ ਕਿ ਅਸੀਂ ਕੀ ਲਿਆ, ਸਾਡੇ ਕੋਲ ਕੀ ਪ੍ਰੋਪਰਟੀਜ਼ ਹੈਗੀਆਂ ਨੇ ਗੁਰਦੁਆਰੇ ਦੇ ਨਾਂ 'ਤੇ, ਉਹ ਕਿਵੇਂ ਉਸ ਚੀਜ਼ ਦੀ ਗਿਣਤੀ ਕਿਵੇਂ ਹੋਏਗੀ? ਇੱਥੇ ਬੈਠ ਕੇ ਇੱਕ ਤਰੀਕੇ ਨਾਲ ਹੀ ਹੁੰਦਾ ਨਾ ਜੀ। ਮੈਂ ਆਪ ਜੀ ਤੋਂ ਚਾਰਜ ਲੈਣਾ ਜਾਂ ਮੈਂ ਆਪ ਜੀ ਨੂੰ ਚਾਰਜ ਦਿੰਦਾ, ਕੋਈ ਲਿਖਤ ਪੜ੍ਹਤ ਹੁੰਦੀ ਹੈ ਨੇ ਕਿਸ ਚੀਜ਼ ਦੇ ਕਿੰਨੇ ਨਗ ਦਿੱਤੇ ਜਾਣਗੇ, ਕਿੰਨੇ ਜਿਹੜਾ ਮਤਲਬ ਕੀ ਚੀਜ਼ ਹੈਗੀ ਹੈ, ਕਿੰਨੀਆਂ ਗੱਡੀਆਂ ਨੇ, ਕਿੰਨੀ ਪ੍ਰੋਪਰਟੀ ਹੈ, ਕੀ ਕੁਝ ਗੁਰਦੁਆਰੇ ਦੇ ਕਿੰਨੀਆਂ ਬਿਲਡਿੰਗਾਂ ਨੇ, ਕਿੰਨੀਆਂ ਥਾਲੀਆਂ ਨੇ, ਕਿੰਨੇ ਸਾਰਾ ਕੁਝ ਗਿਣ ਕੇ ਹੁੰਦਾ। ਉਹ ਚੀਜ਼ ਉਹਨਾਂ ਨੇ ਨਹੀਂ ਕੀਤੀ। ਉਸ ਤੋਂ ਬਾਅਦ ਜਿਹੜਾ ਉਹ ਦੇਖੋ ਇਹ ਜਿਹੜੀ ਹੁੱਲੜਬਾਜ਼ੀ ਹੋਈ ਹੈ, ਇਹ ਬਿਲਕੁਲ ਅਸੀਂ ਇਸ ਚੀਜ਼ ਦੀ ਨਿੰਦਾ ਕਰਨੇ ਆ ਕਿ ਇਹ ਮਰਿਆਦਾ ਦਾ ਘਾਣ ਹੈ। ਲੇਕਿਨ ਹੁੱਲੜਬਾਜ਼ੀ ਕੀਤੀ ਕਿੰਨੇ ਹੈ? ਇੱਕ ਪਾਸੇ 50 ਬੰਦੇ ਨੇ, ਇੱਕ ਪਾਸੇ 7 ਬੰਦੇ ਨੇ, ਤੇ ਹੁੱਲੜਬਾਜ਼ੀ ਕੌਣ ਕਰੇਗਾ ਉੱਥੇ ਜਾ ਕੇ? ਮੈਂ ਤੇ ਇਸ ਚੀਜ਼ ਨੂੰ ਕਹਿੰਦਾ ਉੱਥੇ ਜਾ ਕੇ ਇਸ ਮਾਹੌਲ ਨੂੰ ਖਰਾਬ ਕਿਹਨੇ ਕੀਤਾ? ਤੁਸੀਂ ਵੀਡੀਓ ਦੇਖੋ, ਸ਼ਰੇਆਮ ਡਾਂਗਾ ਮਾਰੀਆਂ ਜਾ ਰਹੀਆਂ ਨੇ, ਗੰਡਾਸੀਆਂ ਮਾਰੀਆਂ ਨੇ, ਉਹਨਾਂ ਕੋਲ ਕੁਹਾੜੀਆਂ ਨੇ, ਉਹ ਮਾਰੀਆਂ ਜਾ ਰਹੀਆਂ ਨੇ, ਕਿਰਪਾਨ ਮਾਰੀ, ਧੱਕੇ ਮਾਰ ਕੇ ਜਿਹੜਾ ਮਤਲਬ ਬਾਹਰ ਕੱਢਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚੋਂ। ਔਰ ਮੈਂ ਇੱਕ ਹੋਰ ਤਾਜ਼ਾ ਉਦਾਹਰਨ ਦੇਣਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਜਿਹੜੀ 5 ਮੈਂਬਰੀ ਕਮੇਟੀ ਜਾਂਦੀ ਹੈ, ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ 5 ਮੈਂਬਰ ਉਹ ਔਰ 4 ਮੈਂਬਰ ਲੋਕਲ, ਜਿਹਦੇ ਵਿੱਚ 10 ਵੀ ਹੈ, 9 ਮੈਂਬਰੀ ਕਮੇਟੀ ਉਸ ਗੁਰਦੁਆਰੇ ਦਾ ਹਾਲ ਚਾਲ ਦੇਖਣ ਵਾਸਤੇ ਜਾਂਦੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਜਿਹੜੇ ਨੁਮਾਇੰਦੇ ਆਏ ਨੇ, ਉਹਨਾਂ ਨੂੰ ਉੱਥੇ ਬਾਰੇ ਇੰਨਾ ਜ਼ਿਆਦਾ ਨਹੀਂ ਪਤਾ, ਉਹਨਾਂ ਨੂੰ ਨਾਲ ਗਾਈਡ ਕਰਨ ਵਾਸਤੇ ਅਸੀਂ ਲੋਕਲ ਉੱਥੋਂ ਨਾਲ ਰਲਦੇ ਹਾਂ। ਉੱਥੇ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਹੀ ਅਸੀਂ ਅੰਦਰੋਂ ਸਾਰਾ ਕੁਝ ਦੇਖ ਕੇ ਬਾਹਰ ਨਿਕਲਦੇ ਹਾਂ, ਔਰ ਆਪ ਪੱਤਰਕਾਰ ਬੰਧੂ ਜਿਹੜੇ ਉੱਥੋਂ ਦੇ ਲੋਕਲ ਮੀਡੀਆ ਹੈਗਾ, ਉਹ ਸਾਰੇ ਬਾਈਟ ਲੈਣ ਵਾਸਤੇ ਰੋਕਦੇ ਨੇ, ਤੇ ਪਿੱਛੋਂ ਇੱਕ ਪੁਲਿਸ ਮੁਲਾਜ਼ਮ ਉਹਨਾਂ ਪੱਤਰਕਾਰਾਂ ਨੂੰ ਦਾਬਾ ਮਾਰਦਾ ਕਿ ਇਹਨਾਂ ਨੂੰ ਰੋਕਣ ਦੀ ਲੋੜ ਨਹੀਂ, ਜਾਣ ਦਿਓ ਇਹਨਾਂ ਨੂੰ। ਮਤਲਬ ਇਹ ਹਾਲਾਤ ਪੈਦਾ ਹੋ ਗਏ ਕਿ ਗੁਰਦੁਆਰੇ ਦੇ ਅੰਦਰ ਅਗਰ ਕੋਈ 5 ਮਿੰਟ ਰੁਕਣਾ ਚਾਹੇ ਤਾਂ ਉਹਨੂੰ ਕਹਿੰਦੇ ਕਿ ਇਹਨੂੰ ਬਾਹਰ ਕੱਢੋ ਜਿਹੜਾ
ਮਤਲਬ ਅੱਜ ਦੇ ਇਹ ਤਾਜ਼ਾ ਪੋਜੀਸ਼ਨ ਹੈ ਉੱਥੋਂ ਦੀ ਜਿਹੜੀ ਹੈ। ਤੇ ਇਹਨੂੰ ਆਪਾਂ ਟੋਟਲ ਦੇ ਟੋਟਲ ਇਹੀ ਕਹਾਂਗੇ ਕਿ ਜੋ 1920 ਤੋਂ ਪਹਿਲਾਂ ਜਿਹੜਾ ਗੁਰਦੁਆਰਿਆਂ ਉੱਤੇ ਨਰੈਣੂ ਮੰਤ ਨੇ ਜੋ ਕੁਝ ਕੀਤਾ ਸੀ, ਅੱਜ ਇਹੀ ਚੀਜ਼ ਇਹ ਮੰਤ ਲੋਕ ਆ ਕੇ ਕਰ ਰਹੇ ਨੇ। ਤੁਹਾਨੂੰ ਇਸ ਤੋਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਕਿ ਜਿਸ ਤਰੀਕੇ ਦੇ ਨਾਲ ਕੋਰਟ ਦੀ ਟਿੱਪਣੀ ਆ ਚੁੱਕੀ ਹੈ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਹੱਕ ਦੇ ਵਿੱਚ ਜਿਹੜੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਤੇ ਇਹੋ ਜਿਹੇ ਹਾਲਾਤ ਬਣ ਸਕਦੇ, ਕੋਈ ਜਾਣਕਾਰੀ ਹੈ ਸੀ ਪਹਿਲਾਂ? ਨਹੀਂ ਜੀ, ਬਿਲਕੁਲ ਨਹੀਂ ਜੀ। ਦੇਖੋ, ਅਸੀਂ ਇਸ ਚੀਜ਼ ਨੂੰ ਸਮਝਦੇ ਸੀ ਕਿ ਕੋਰਟ ਦਾ ਜੋ ਆਦੇਸ਼ ਆਇਆ, ਕੋਰਟ ਦਾ ਆਦੇਸ਼ ਕੀ ਸੀ ਕਿ ਇਲੈਕਟਡ ਬੋਡੀ ਨੂੰ ਜਿਹੜਾ ਨਾ ਚਾਰਜ ਦਿੱਤਾ ਜਾਵੇ, ਤੇ ਅਸੀਂ ਇਸੇ ਹੀ ਵੇਟ ਸੀ ਕਿ ਸਰਕਾਰ ਜਿਹੜੀ ਹੈ ਪਹਿਲਾਂ ਹਲਕੇ ਤੈਅ ਕਰੇਗੀ, ਵੋਟਾਂ ਬਣਵਾਏਗੀ, ਔਰ ਉਸ ਤੋਂ ਬਾਅਦ ਇੱਕ ਡੇਟ ਦੇਗੀ, ਉਹਦੇ 'ਚ ਇਲੈਕਸ਼ਨ ਹੋਏਗਾ। ਸੰਗਤ ਜਿਹਨੂੰ ਚਾਹੇਗੀ ਪ੍ਰਬੰਧ ਦੇ ਦੇ। ਗੁਰੂ ਘਰ ਦਾ ਪ੍ਰਬੰਧ ਕੌਣ ਸੰਭਾਲਦਾ? ਸੰਗਤ ਹੀ ਤੇ ਸੰਭਾਲਦੀ ਹੈ ਨਾ। ਜੋ ਵੀ ਪ੍ਰਧਾਨ ਸੈਕਟਰੀ ਹੁੰਦੇ ਨੇ ਬਤੌਰ ਸੰਗਤ ਵਿੱਚੋਂ ਤੇ ਜਾਂਦੇ ਨੇ। ਪ੍ਰਧਾਨ ਵੀ ਅਗਰ ਚੁਣਿਆ ਜਾਂਦਾ ਤਾਂ ਸੰਗਤ ਹੀ ਚੁਣਦੀ ਹੈ ਨਾ, ਕਿ ਇਸ ਬੰਦੇ ਨੂੰ ਪ੍ਰਧਾਨਗੀ ਦੇ ਦਿਓ ਜੀ। ਤੇ ਇਹਦੇ 'ਚ ਵੀ ਸੇਮ ਅਸੀਂ ਤੇ ਉਸੇ ਹੀ ਹੁੰਦੇ ਸੀ ਕਿ ਇਲੈਕਸ਼ਨ ਹੋਏਗਾ, ਇਲੈਕਸ਼ਨ ਦੇ ਵਿੱਚ ਜਿਹੜਾ ਵੀ ਗਰੁੱਪ ਜਾਂ ਜੋ ਵੀ ਪਾਰਟੀ ਹੈ, ਜੋ ਵੀ ਸੰਸਥਾ ਜਿਹੜੀ ਹੈ, ਉਹਨੂੰ ਸੰਗਤ ਵੋਟਾਂ ਦੇ ਨਾਲ ਜਿਤਾ ਕੇ ਭੇਜੇਗੀ, ਉਹ ਪ੍ਰਬੰਧ ਕਰੇ। ਸਾਨੂੰ ਕੋਈ ਇਤਰਾਜ਼ ਹੀ ਨਹੀਂ ਸੀ ਇਸ ਚੀਜ਼ ਦਾ। ਲੀਗਲੀ ਲੈਣਗੇ ਨਾ, ਫਿਰ ਲੀਗਲੀ ਲੈਣਾ ਨਾ ਉਹਨਾਂ ਨੇ, ਲੀਗਲੀ ਲੈਣਗੇ ਸਾਡੇ ਤੋਂ। ਪਰ ਇਹ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਵੀ ਜਿਹੜਾ ਨਾ ਛਿੱਕੇ ਟੰਗੇ ਕੇ ਮਤਲਬ ਚੱਲੇ ਨਾਲ। ਉਹ ਕਹਿ ਰਹੀ ਹੈ ਕਿ ਇਲੈਕਟਡ ਬੋਡੀ ਪ੍ਰਬੰਧ ਲਵੇ, ਇਹ ਸਿਲੈਕਟਡ ਬੋਡੀ ਨੂੰ ਪ੍ਰਬੰਧ ਦੇ ਰਹੇ ਨੇ। ਸ਼ਾਇਦ ਕਿਹਦੀ ਮੰਨਦੇ ਹੋ ਇਹਦੇ ਪਾਸ? ਟੋਟਲ ਬੀਜੇਪੀ ਆਰਐਸਐਸ ਬੀਜੇਪੀ ਬਿਲਕੁਲ ਕਲੀਅਰ ਹੈ ਜੀ। ਮੈਂ ਬਿਲਕੁਲ ਬਾਈ ਨੇਮ ਕਹਿਣਾ ਜੀ, ਜਿਹੜਾ ਉਹ ਕੀ ਨਾਂ ਹੈਗਾ ਉਹਦਾ, ਧਮੀਜੇ ਦਾ ਪੂਰਾ ਨਾਮ ਗੁਰਵਿੰਦਰ ਸਿੰਘ ਧਮੀਜਾ, ਜੋ ਗੁਰਦੁਆਰਾ ਇਸ ਪ੍ਰਬੰਧਕ ਕਮੇਟੀ ਦਾ ਹਰਿਆਣਾ ਦਾ ਜਨਰਲ ਸੈਕਟਰੀ ਬਣਾਇਆ ਗਿਆ। ਇਹ ਕੱਟੜ ਆਰਐਸਐਸ ਨੰਬਰ 1। ਨੰਬਰ 2 ਜਿਹੜਾ ਪ੍ਰਧਾਨ ਬਣਾਇਆ ਗਿਆ, ਕੱਟੜ ਆਰਐਸਐਸ ਦਾ ਚੇਲਾ ਹੈਗਾ ਜੀ। ਮੈਂਬਰ ਦਾਦੂਵਾਲ ਸਾਹਿਬ ਵੀ ਆਰਐਸਐਸ, ਜਿਹੜਾ ਮਹੰਤ ਕਰਮਜੀਤ ਸਿੰਘ ਹੈ। ਦਾਦੂਵਾਲ ਸਾਹਿਬ ਕਿਹੜੀ ਧਿਰ ਦੇ ਨਾਲ? ਦਾਦੂਵਾਲ ਸਾਹਿਬ ਦਾ ਤਾਂ ਕੋਈ ਸਟੈਂਡ ਹੀ ਨਹੀਂ ਹੈ। ਉਹ ਸਟੈਂਡ ਹੀ ਨਹੀਂ ਹੈਗਾ। ਉਹਦਾ ਇਹ ਕੀ ਪਤਾ ਅੱਜ ਕਿੱਥੇ ਗੱਲ ਕਿੱਥੇ। ਉਹਦਾ ਤੇ ਕਦੀ ਕਾਂਗਰਸ ਦੀ ਝੋਲੀ ਪੈ ਜਾਂਦਾ, ਕਦੀ ਉਹਦੇ ਦੇਖਦਾ ਜੀ ਕਿੱਥੋਂ ਮੈਨੂੰ ਮੇਰੀ ਹਉਮੈ ਨੂੰ ਕਿੱਥੋਂ ਪੱਠੇ ਪੈਣੇ ਨੇ, ਕਿੱਥੋਂ ਮੈਨੂੰ ਕੁਝ ਜਿਹੜਾ ਕੁਝ ਜੁੜਨਾ ਹੈਗਾ ਉਹ ਤੇ ਉਧਰ ਹੀ ਹੋ ਜਾਂਦਾ ਜੀ। ਉਹਦੀ ਸਟੇਟ ਦੇ ਵਿੱਚ ਇੱਕ ਵੱਡਾ ਸਵਾਲ ਹੈ, ਜਿਹੜੀ ਸੰਗਤ ਚਾਹੁੰਦੀ ਹੈ ਜੇ ਹਰਿਆਣਾ ਦੀ ਨਾਨਕ ਨਾਮ ਲੇਵਾ ਸੰਗਤ ਦਾ ਜ਼ਿਕਰ ਕੀਤਾ ਜਾਵੇ, ਸੰਗਤ ਕੀ ਚਾਹੁੰਦੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲੋਂ ਜਿਹੜੀ ਕਮੇਟੀ ਹੈ ਹਰਿਆਣਾ ਕਮੇਟੀ ਵੱਖਰੀ ਬਣਨੀ ਚਾਹੀਦੀ ਹੈ? ਦੇਖੋ ਜੀ, ਇਹ ਚੀਜ਼ ਬਿਲਕੁਲ ਨਹੀਂ ਸੀ ਜਦੋਂ ਇਹ ਆਵਾਜ਼ ਉੱਠੀ ਸੀ। ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੀ ਸੀ, ਠੀਕ ਹੈ ਜੀ, ਇਹਨਾਂ ਲੋਕਾਂ ਨੇ ਗਲਤ ਜਿਹੜਾ ਨਾ ਆਪਣਾ ਗਾਈਡ ਕੀਤਾ, ਔਰ ਉਸ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ 11 ਮੈਂਬਰਾਂ ਵਿੱਚੋਂ 7 ਮੈਂਬਰ ਜਿਹੜੇ ਨੇ ਜਿੱਤ ਜਾਂਦੇ ਨੇ, ਇਲੈਕਸ਼ਨ ਰਾਹੀਂ ਜਿਹੜਾ ਇਲੈਕਟ ਹੋ ਜਾਂਦੇ ਨੇ। ਲੇਕਿਨ ਜਦੋਂ ਫਿਰ ਸੰਗਤ ਨੂੰ ਪਤਾ ਲੱਗਾ ਕਿ ਅਸਲੀਅਤ ਕੀ ਹੈ, ਉਸ ਤੋਂ ਬਾਅਦ ਜਿਹੜਾ ਅਗਲਾ ਇਲੈਕਸ਼ਨ ਹੁੰਦਾ ਹੈ ਉਹ 7 ਦੇ 7 ਹਾਰ ਜਾਂਦੇ ਨੇ। ਸੰਗਤ ਦਾ ਫਤਵਾ ਸਿਰ ਮੱਥੇ ਹੁੰਦਾ ਹੈ। ਅਗਰ ਸੰਗਤ ਨੂੰ ਗੁੰਮਰਾਹ ਕਰਕੇ ਜਿਹੜਾ ਇਹਨਾਂ ਨੇ ਜ਼ਬਰਦਸਤੀ ਉਹਨਾਂ ਤੋਂ ਫਤਵਾ ਲੈ ਲਿਆ, 7 ਮੈਂਬਰ ਜਿੱਤ ਗਏ, ਲੇਕਿਨ ਸੰਗਤ ਨੂੰ ਜਦੋਂ ਅਸਲੀਅਤ ਪਤਾ ਲੱਗੀ, ਅਗਲੇ ਇਲੈਕਸ਼ਨ ਦੇ 7 ਦੇ 7 ਮੈਂਬਰ ਹਾਰ ਗਏ। ਇਹਦਾ ਮਤਲਬ ਬਿਲਕੁਲ ਸਪਸ਼ਟ ਕਿ ਹਰਿਆਣੇ ਦੀ ਸੰਗਤ ਅਲੱਗ ਪ੍ਰਬੰਧ ਨਹੀਂ ਚਾਹੁੰਦੀ। ਉਹ ਸ਼੍ਰੋਮਣੀ ਕਮੇਟੀ ਆਪਣੀ ਜੋ ਸਾਡੀ ਇੱਕ ਧਾਰਮਿਕ ਸੰਸਥਾ ਹੈ, ਜਿਹਨੂੰ ਅਸੀਂ ਮਿੰਨੀ ਪਾਰਲੀਮੈਂਟ ਕਹਿੰਦੇ ਆ, ਉਹ ਆਪਣੀ ਉਸ ਸੰਸਥਾ ਨੂੰ ਮਜ਼ਬੂਤ ਰੱਖਣਾ ਚਾਹੁੰਦੀ, ਉਹਦੇ ਟੁਕੜੇ ਹੋਣਾ ਨਹੀਂ ਦੇਖਣਾ ਚਾਹੁੰਦੀ। ਅਗਲੀ ਰੂਪਰੇਖਾ ਕੀ ਉਲੀਕ ਰਹੇ ਹੋ? ਦੇਖੋ ਜੀ, ਅਜੇ ਜਿਹੜਾ ਕਾਨੂੰਨੀ ਮਾਹਿਰਾਂ ਨਾਲ ਵੀ ਜਿਹੜਾ ਕਾਨੂੰਨੀ ਮਾਹਿਰ ਜਿਹੜੇ ਨੇ ਉਹਨਾਂ ਦਾ ਵੀ ਵਿਚਾਰਾਂ ਲਈ ਜਾ ਰਹੀਆਂ ਨੇ ਕਿ ਇਹਦੇ 'ਚ ਕੋਰਟ ਵੱਲ ਜਾਈਏ ਤੇ ਕਿਸ ਤਰੀਕੇ ਨਾਲ ਜਾਈਏ, ਤਾਂ ਕਿ ਜਿਹੜਾ ਇਹ ਕੁਝ ਜੋ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ ਇਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਜਿਹੜਾ ਦੇਖ ਰਹੇ ਹਾਂ ਵੀ ਉਹ ਕੀ ਐਕਸ਼ਨ ਲੈ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ, ਉਹ ਸਾਨੂੰ ਕੀ ਗਾਈਡ ਦਿੰਦੇ ਨੇ। ਉਸ ਤੋਂ ਬਾਅਦ ਸੰਗਤ ਵਿੱਚ ਬੈਠ ਕੇ ਵਿਚਾਰ ਕਰਕੇ ਜੋ ਵੀ ਹੋਏਗਾ ਜਿਵੇਂ ਤੇਰਾ ਹਰਿਆਣੇ ਦੇ ਨਾਲ ਸੰਬੰਧਤ ਤੋਂ ਜੋ ਇਸ ਤਰੀਕੇ ਦੇ ਨਾਲ ਤਕਰਾਰ ਚੱਲਦਾ ਹੁੰਦਾ, ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੀ ਸਿੱਖ ਏਕਤਾ ਦੀ ਗੱਲ ਕੀਤੀ ਜਾਂਦੀ ਉਹਦੇ ਵਿੱਚ ਵੱਡੀ ਬੇਇਤਫਾਕੀ ਪੈਦਾ ਹੋਏਗੀ? ਦੇਖੋ ਜੀ, ਸ਼ੁਰੂ ਤੋਂ ਹੀ ਇਹ ਚੱਲਦਾ ਆ ਰਿਹਾ ਹੈ ਕਿ ਪਾੜੋ ਤੇ ਰਾਜ ਕਰੋ, ਚਾਹੇ ਪਹਿਲਾਂ ਕਾਂਗਰਸ ਸੀ, ਠੀਕ ਹੈ ਜੀ, ਤੇ ਅੱਜ ਬੀਜੇਪੀ ਹੈ। ਇਹ ਸ਼ੁਰੂ ਤੋਂ ਇਹੀ ਚੀਜ਼ ਹੁੰਦੀ ਆ ਰਹੀ ਹੈ। ਦੇਖੋ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦਿੰਦਾ ਕਿ ਜਦੋਂ ਅੰਗਰੇਜ਼ ਹਿੰਦੁਸਤਾਨ ਤੇ ਕਾਬਜ਼ ਹੋ ਜਾਂਦੇ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਇਹੀ ਚੀਜ਼ ਪਰਖੀ ਸੀ ਕਿ ਇੱਥੇ ਸਭ ਤੋਂ ਜਿਹੜੀ ਤਾਕਤਵਰ ਕਮਿਊਨਿਟੀ ਉਹ ਕੌਣ ਹੈ, ਤੇ ਇੱਕੋ ਨਾਮ ਆਇਆ ਸੀ ਕਿ ਸਰਦਾਰ। ਤੇ ਸਿੱਖ ਕੌਮ ਨੂੰ ਉਹਨਾਂ ਨੇ ਕਮਜ਼ੋਰ ਕਰਨ ਵਾਸਤੇ 3 ਫੁੱਟੀ ਜਿਹੜੀ ਤਲਵਾਰ ਸਿੱਖ ਦੇ ਹੱਥ 'ਚ ਹੁੰਦੀ ਸੀ, ਸ੍ਰੀ ਸਾਹਿਬ ਜਿਹੜੀ ਹੁੰਦੀ ਸੀ, ਉਹਨੂੰ ਕੱਟ ਕੇ ਤੇ 6 ਇੰਚ ਕਰ ਦਿੱਤੀ ਗਈ, ਤਾਕਤ ਨੂੰ ਖਤਮ ਕਰਨ ਵਾਸਤੇ। ਸਿੱਖ ਕਮਿਊਨਿਟੀ ਤੋਂ ਸਾਰੀਆਂ ਹੀ ਸਰਕਾਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਭੈ ਖਾਂਦੀਆਂ ਨੇ, ਜਦਕਿ ਐਸਾ ਨਹੀਂ ਹੈ। ਸਿੱਖ ਜਿਹੜਾ ਆਪਣੀ ਦੇਸ਼ ਵਾਸਤੇ, ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਮਰਨ ਮਿਟਣ ਨੂੰ ਤਿਆਰ ਹੈ, ਕੁਰਬਾਨੀ ਕਰਨ ਨੂੰ ਪਿੱਛੇ ਨਹੀਂ ਹਟਦਾ। ਲੇਕਿਨ ਇਸ ਚੀਜ਼ ਨੂੰ ਇਹ ਲੋਕ ਥੋੜਾ ਜਿਹਾ ਨੈਗੇਟਿਵ ਇਹ ਦੇਖਦੇ ਨੇ ਕਿ ਅਗਰ ਇਹ ਦੇਸ਼ ਪ੍ਰਤੀ ਇਹ ਕੁਝ ਕਰ ਸਕਦਾ ਤੇ ਆਪਣੇ ਵਾਸਤੇ ਵੀ ਬਹੁਤ ਕੁਝ ਕਰ ਸਕਦਾ। ਇਹ ਸਰਕਾਰਾਂ ਦੀ ਸ਼ੁਰੂ ਤੋਂ ਹੁਣ ਤੱਕ ਸੋਚ ਰਹੀ ਹੈ। ਇਸ ਕਰਕੇ ਉਹ ਸਿੱਖਾਂ ਨੂੰ ਆਪਸ ਵਿੱਚ ਪਾੜ ਕੇ ਹੀ ਰੱਖਣਾ ਚਾਹੁੰਦੇ ਨੇ। ਅਗਰ ਸਿੱਖ ਇਕੱਠੇ ਹੋ ਗਏ, ਕੱਲ ਦਾ ਤਾਜ਼ਾ ਉਦਾਹਰਨ ਹੈ, ਅਗਰ ਯੂਥ ਇਕੱਠਾ ਹੋਇਆ ਤੇ ਉਹ ਥਾਣੇ ਤੋਂ ਜਿਹੜਾ ਨਾ ਆਪਣੇ ਨੌਜਵਾਨ ਨੂੰ, ਜਿਹਦੇ ਉੱਤੇ ਗਲਤ ਪਰਚਾ ਸੀ, ਅਦਾਲਤ ਨੇ ਵੀ ਮੰਨਿਆ ਕਿ ਪਰਚਾ ਗਲਤ ਹੈ, ਪੁਲਿਸ ਨੇ ਵੀ ਫਿਰ ਰਿਟਰਨ ਦਿੱਤਾ ਕਿ ਗਲਤੀ ਨਾਲ ਪਰਚਾ ਦਰਜ ਹੋ ਗਿਆ। ਇਸ ਤਰ੍ਹਾਂ ਦੀ ਜਿਹੜੀਆਂ ਵਧੀਕੀਆਂ ਨੇ, ਇਹ ਏਕਤਾ ਦੇ ਨਾਲ ਹੀ ਜਿਹੜੀਆਂ ਉਹਨਾਂ ਨੂੰ ਜਿੱਤ ਕੀਤੀ ਜਾ ਸਕਦੀ ਹੈ। ਵਿੱਚ ਅਕਾਲੀ ਦਲ ਨੇ ਤੇ ਪ੍ਰੋੜਤਾ ਕਰਤੀ, ਕਹਿੰਦੇ ਬਹੁਤ ਮਾੜਾ ਹੋਇਆ ਉੱਥੇ ਤੇ ਗੁੰਡਾਗਰਦੀ ਹੋਈ ਸ਼ਰੇਆਮ। ਨਹੀਂ, ਦੇਖੋ, ਬਿਆਨ ਨੂੰ ਬਦਲੋ ਨਹੀਂ ਤੁਸੀਂ। ਅਕਾਲੀ ਦਲ ਨੇ ਜਿਹੜੀ ਗੱਲ ਕਹੀ ਹੈਗੀ ਹੈ, ਠੀਕ ਹੈ ਜੀ, ਉਹ ਅਕਾਲੀ ਦਲ ਦਾ ਆਪਣਾ ਸਟੈਂਡ ਹੈ।
ਅਕਾਲੀ ਦਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾ ਕੇ ਇਸ ਤਰ੍ਹਾਂ ਲੈ ਕੇ ਜਾਣਾ। ਉਹਨਾਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਕ 'ਚ ਗੱਲ ਕੀਤੀ ਹੈ, ਉਸ ਚੀਜ਼ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ। ਵੀ ਦੇਖੋ ਆਪਾਂ, ਤੁਹਾਡੀ ਮੇਰੀ ਪਰਸਨਲ ਲੜਾਈ ਹੈ, ਤੁਹਾਡੀ ਮੇਰੀ ਪਰਸਨਲ ਲੜਾਈ ਹੈ। ਅਗਰ ਮੈਂ ਤੁਹਾਡੀ ਕਿਸੇ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਵਾ ਤੇ ਉੱਥੇ ਮੈਂ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਬੈਠ ਜਾਵਾਂਗਾ ਤੇ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਝੁਕਾਉਂਦੇ ਹੋ ਨਾ। ਤੁਸੀਂ ਤਾਂ ਇਹੀ ਵੇਟ ਕਰੋਗੇ ਨਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੋਂ ਜਾਣਗੇ ਮੈਂ ਫਿਰ ਉਹਦੇ ਤੇ ਕਾਰਵਾਈ ਕਰਾਂਗਾ। ਕਿਤੇ ਨਾ ਕਿਤੇ ਤਰਕ ਇਹ ਵੀ ਦਿੱਤਾ ਜਾਂਦਾ ਕਿ ਜਦੋਂ 2015 ਦੇ ਵਿੱਚ ਅਕਾਲੀ ਦਲ ਸਰਕਾਰ ਸੱਤਾ ਵਿੱਚ ਸੀ, ਉਸ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉਦੋਂ ਵੀ ਗੋਲੀਆਂ ਮਾਰੀ ਗਈਆਂ, ਸਿੱਖ ਸ਼ਹੀਦ ਕੀਤੇ ਗਏ, ਉਦੋਂ ਵੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਢਾਲ ਮੰਨਿਆ ਜਾ। ਨਹੀਂ ਦੇਖੋ, ਇਹ ਤੇ ਅਕਾਲੀ ਦਲ ਹੀ ਇਸ ਚੀਜ਼ ਦਾ ਜਵਾਬ ਦੇ ਸਕਦਾ ਜੀ, ਅਸੀਂ ਤਾਂ ਸਿੱਖ ਸੰਗਤ ਵੱਲੋਂ ਸਾਨੂੰ ਮੀਡੀਆ ਵੀਡੀਓ ਦੇ ਵਿੱਚ ਕਮੈਂਟ ਆਉਣਗੇ ਕਿ ਇਹ ਜਿਹੜੀ ਲੜਾਈ ਸੀ ਇਹ ਪ੍ਰਧਾਨ ਸਾਹਿਬ ਜਾਂ ਮੈਂਬਰ ਸਾਹਿਬ ਦੱਸ ਦੇਣ, ਇਹ ਲੜਾਈ ਸਿਧਾਂਤ ਦੀ ਸੀ ਜਾਂ ਫਿਰ ਜਿਹੜੇ ਪ੍ਰਧਾਨ ਸੀ ਦੋਵੇਂ ਧਿਰਾਂ ਸੀ ਆਪਸ ਦੇ ਵਿੱਚ ਗੋਲਕ ਦੀ ਲੜਾਈ ਸੀਗੀ। ਦੇਖੋ ਜੀ, ਗੋਲਕ ਦੀ ਲੜਾਈ ਤੇ ਧੱਕੇ ਨਾਲ ਬਣਾਇਆ ਜਾਂਦਾ ਹੈ, ਠੀਕ ਹੈ ਜੀ। ਕਿਉਂਕਿ ਮੈਂ 87 ਸੈਕਸ਼ਨ ਵਿੱਚ ਐਜ਼ ਏ ਜਨਰਲ ਸੈਕਟਰੀ ਰਹਿ ਚੁੱਕਿਆ ਗੁਰਦੁਆਰਾ ਮੰਜੀ ਸਾਹਿਬ ਦਾ। ਹੁੰਦਾ ਕੀ ਹੈ ਕਿ ਅੱਜ ਤੇ ਬਿਲਕੁਲ ਸਾਰਾ ਕੁਝ ਓਪਨ ਹੈ, ਆਰਟੀਆਈ ਰਾਹੀਂ ਅਸੀਂ ਸਾਰਾ ਕੁਝ ਵੇਖ ਸਕਦੇ ਹਾਂ। ਸ਼੍ਰੋਮਣੀ ਕਮੇਟੀ ਤੇ ਸ਼ੁਰੂ ਤੋਂ ਹੀ ਇਲਜ਼ਾਮ ਲੱਗਦੇ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਹਰਿਆਣੇ ਦੇ ਲੋਕਾਂ ਨੂੰ ਜਿਹੜਾ ਨਾ ਨੌਕਰੀਆਂ ਨਹੀਂ ਦਿੰਦੀ। ਪਹਿਲਾ ਇਲਜ਼ਾਮ ਇਹ ਲੱਗਦਾ ਰਿਹਾ। ਉਸ ਤੋਂ ਬਾਅਦ ਸਾਰਾ ਪੈਸਾ ਇਹ ਜਿਹੜਾ ਨਾ ਪੰਜਾਬ ਲੈ ਜਾਂਦੇ ਨੇ, ਇੱਥੇ ਖਰਚ ਨਹੀਂ ਕਰਦੇ। ਦੇਖੋ ਜਿੱਥੋਂ ਤੱਕ ਮੈਨੂੰ ਪਤਾ, ਮੈਂ ਕਿਉਂਕਿ ਮੈਂ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਨਹੀਂ ਹਾਂ, ਮੈਂ ਤਾਂ ਇੱਕ ਸੰਗਤ ਤੌਰ 'ਤੇ ਹਾਂ, ਬਟ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਜਿੰਨੀ ਕੁ ਮੇਰੀ ਨੌਲੇਜ ਹੈ, 1.25 ਕਰੋੜ ਦੇ ਕਰੀਬ ਤੇ ਜਿਹੜਾ ਮੀਰੀ ਪੀਰੀ ਮੈਡੀਕਲ ਕਾਲਜ ਹੈ ਉਹਦੀ ਸੈਲਰੀ ਹੈ ਐਮਪਲੋਈਆਂ ਦੀ 1.25 ਕਰੋੜ ਰੁਪਏ ਮਹੀਨਾ, ਠੀਕ ਹੈ ਜੀ, ਉਹ ਸ਼੍ਰੋਮਣੀ ਕਮੇਟੀ ਦੇ ਰਹੀ ਹੈ। ਅਸੀਂ ਗ੍ਰਾਂਟਾਂ ਲਈਆਂ ਨੇ ਲੋਕਲ ਗੁਰਦੁਆਰੇ, ਹਰ ਗੁਰਦੁਆਰੇ 'ਚ ਗ੍ਰਾਂਟ ਜਾਂਦੀ ਹੈ। ਔਰ ਮੈਂ ਤੁਹਾਨੂੰ ਆਪ ਦੱਸਾਂ ਜੀ, ਹਰਿਆਣੇ ਦੇ ਅੰਦਰ ਗ੍ਰਾਂਟ ਤੇ ਅਸੀਂ ਲਈ ਹੈ। ਹਰਿਆਣੇ ਦੇ ਅੰਦਰ ਟੋਟਲ ਜਿਹੜਾ ਹੈ 2 ਤੋਂ 2.5 ਹਜ਼ਾਰ ਦੇ ਕਰੀਬ ਜਿਹੜਾ ਹੈ ਉਹ ਮੁਲਾਜ਼ਮ ਨੇ, ਠੀਕ ਹੈ ਜੀ। ਔਰ ਸ਼੍ਰੋਮਣੀ ਕਮੇਟੀ ਜਿਹਦੇ 'ਚ ਉਹ ਹਰਿਆਣੇ ਦੇ ਵੀ ਨੇ ਤੇ ਪੰਜਾਬ ਦੇ ਵੀ ਨੇ, ਤੇ ਸ਼੍ਰੋਮਣੀ ਕਮੇਟੀ ਦੇ ਅੰਦਰ ਟੋਟਲ ਅਗਰ ਲਾਈਏ ਤੇ 7,500 ਦੇ ਕਰੀਬ ਮੁਲਾਜ਼ਮ ਜਿਹੜਾ ਉਹ ਹਰਿਆਣੇ ਦਾ ਹੈ। ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸਿਰਫ ਕੁਝ ਲੋਕਾਂ ਨੇ ਜਿਹੜਾ ਨਾ ਇਹਨੂੰ ਵਚਨ ਕਰਤੇ ਹੈ ਕਿ ਹਉਮੈ ਦੀ ਲੜਾਈ, ਹੋਰ ਕੁਝ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਪਸੀ ਤਕਰਾਰ ਨੂੰ ਲੈ ਕੇ ਕਿਸ ਤਰੀਕੇ ਦਾ ਹਰਿਆਣੇ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦਾ ਆਪਸ ਦੇ ਵਿੱਚ ਤਕਰਾਰ ਹੁੰਦਾ, ਇਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਐਸਜੀਪੀਸੀ ਦੇ ਨੁਮਾਇੰਦਿਆਂ ਦੇ ਵੱਲੋਂ ਅਗਲਾ ਜਿਹੜਾ ਕਾਨੂੰਨੀ ਪ੍ਰੋਗਰਾਮ ਹੈ ਕਿਸ ਤਰੀਕੇ ਦਾ ਦਿੱਤਾ ਜਾਵੇਗਾ। ਭਵਿੱਖ ਵਿੱਚ ਵੀ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।